टॉपिक शुरू करते हैं ਆਪਾਂ ਕੰਪੋਨੈਂਟਸ ਆਫ ਅ ਵੈਕਟਰ। ਜਿਵੇਂ ਆਪਾਂ ਵੈਕਟਰ ਐਡੀਸ਼ਨ ਨੂੰ ਡਿਸਕਸ ਕੀਤਾ ਸੀਗਾ ਹੁਣੇ ਕਿ ਆਪਾਂ ਕੋਈ ਦੋ ਵੈਕਟਰਸ ਨੂੰ ਐਡ ਕਰਦੇ ਹਾਂ, ਕੋਈ ਇੱਕ a ਵੈਕਟਰ ਹੈ ਇੱਕ b ਵੈਕਟਰ ਹੈ, ਇਹਨੂੰ ਐਡ ਕਰਕੇ r ਵੈਕਟਰ ਆ ਰਿਹਾ। ਆਪਾਂ ਲਿਖਦੇ ਸੀ that r vector is resultant of a vector and b vector. r is resultant of a and b। ਤਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਫਿਰ r ਹੈ ਜੋ ਉਹ a ਤੇ b ਤੋਂ ਮਿਲ ਕੇ ਬਣਿਆ ਹੈ, ਟੋਟਲ ਜੋ a ਤੇ b ਦਾ ਇਫੈਕਟ ਹੈ ਉਹ r ਆਇਆ। ਤਾਂ ਆਪਾਂ ਇਹ ਕਹਿ ਸਕਦੇ ਹਾਂ that a and b are a vector and b vector, they are components of r vector. A vector and b vector, they are components of r vector। ਤਾਂ ਕੋਈ ਵੀ ਵੈਕਟਰ ਜੀ ਤੋਂ ਮਿਲ ਕੇ ਬਣਿਆ ਹੋਇਆ those are called its components। ਕੋਈ ਵੈਕਟਰ ਹੈ ਜਿਹੜੇ ਵੈਕਟਰਸ ਤੋਂ ਮਿਲ ਕੇ ਅੱਗੇ ਬਣਿਆ ਹੋਇਆ ਹੈ those are called its components। ਕੰਪੋਨੈਂਟਸ ਲਈ ਜੇ ਆਪਾਂ ਜਨਰਲ ਇੱਕ ਇੰਪੋਰਟੈਂਟ ਡਿਸਕਸ਼ਨ ਕਰੀਏ, ਇੱਕ ਤਾਂ ਕੰਪੋਨੈਂਟਸ ਆਰ ਨਾਟ ਯੂਨੀਕ। ਕੰਪੋਨੈਂਟਸ ਕਿਸੇ ਵੈਕਟਰ ਦੇ ਯੂਨੀਕ ਨਹੀਂ ਹੁੰਦੇ। ਜਿਵੇਂ ਹੁਣ ਆਪਾਂ r ਦੇ a ਐਂਡ b ਬਣਾਏ ਹੈ, ਕੰਪੋਨੈਂਟਸ ਆਪਾਂ ਇਹਦੇ ਇਸ ਤਰ੍ਹਾਂ ਵੀ ਬਣਾ ਸਕਦੇ ਹਾਂ ਕਿ ਕੋਈ ਇੱਕ ਵੈਕਟਰ c ਵੈਕਟਰ ਹੈ ਜੀ, ਇੱਕ ਵੈਕਟਰ d ਵੈਕਟਰ ਹੈ, c ਵੈਕਟਰ ਪਲਸ d ਵੈਕਟਰ ਕਰਕੇ ਵੀ ਤੇ ਕਿਹੜਾ ਵੈਕਟਰ ਆ ਰਿਹਾ ਹੈ r vector। So c and d are also its components। ਜੇ ਆਪਾਂ ਲਿਖੀਏ ਤਾਂ ਆਪਾਂ ਇਹੀ ਕਹਾਂਗੇ that r vector is also equal to c vector and d vector। ਇੱਥੇ ਇਹ ਗੱਲ ਵੀ ਕਲੀਅਰ ਹੋ ਗਈ r vector ਦੇ component c vector and d vector, r vector is c vector plus d vector। ਇੱਕ ਹੋਰ ਗੱਲ ਵੀ ਕਲੀਅਰ ਹੋ ਗਈ that magnitude of components in general form, magnitude of components can be more than magnitude of a vector। ਇਹ ਵੀ ਜ਼ਰੂਰੀ ਨਹੀਂ ਕਿ ਆਪਾਂ ਦੋ ਹੀ ਕੰਪੋਨੈਂਟ ਬਣਾਉਣੇ, ਜ਼ਿਆਦਾ ਹੀ ਬਣਾ ਸਕਦੇ। ਜੇ ਆਪਾਂ ਐਡੀਸ਼ਨ ਦਾ ਹੀ ਇਫੈਕਟ ਦੇਖੀਏ ਕਿ ਇੱਕ ਆ ਵੈਕਟਰ ਆ ਗਿਆ, ਇੱਕ ਆ ਗਿਆ, ਇੱਕ ਆ ਗਿਆ, ਤਾਂ ਉਹ ਆਪਾਂ ਇਹਨੂੰ ਕਹਿ ਰਹੇ ਹਾਂ that this is e vector, f vector and g vector। ਤੇ ਆਪਾਂ ਇਹ ਵੀ ਕਹਾਂਗੇ that e vector plus f vector plus g vector that is also equal to r vector। ਤੇ ਕੰਪੋਨੈਂਟ ਕਿਵੇਂ ਵੀ ਬਣਾ ਸਕਦੇ ਆਪਾਂ। ਕੰਪੋਨੈਂਟ ਦਾ ਜਸਟ ਇੱਥੇ ਜਿਹੜਾ ਮੀਨਿੰਗ ਬਣਿਆ ਜਨਰਲੀ that ਜਿਸ ਤੋਂ ਮਿਲ ਕੇ ਵੈਕਟਰ ਬਣਿਆ ਹੋਇਆ ਹੈ, ਜਿਸ ਤੋਂ ਮਿਲ ਕੇ ਬਣਿਆ ਹੋਇਆ ਹੈ। ਪਰ ਜਿਹੜਾ ਮੋਸਟ ਇੰਪੋਰਟੈਂਟ ਆਪਾਂ ਡਿਸਕਸ ਕਰਾਂਗੇ ਕਨਸੈਪਟ ਇੱਥੇ those are rectangular components of a vector। ਜਿਹੜਾ ਆਪਣੇ ਕੋਲੇ ਮੇਨ ਕੰਮ ਆਊਗਾ those are rectangular components of vector। rectangular component, rectangular components ਆਪਾਂ ਕੀ ਕਹਿੰਦੇ ਆ that if angle between components of a vector is 90 degree। component ਇਸ type ਦੇ ਬਣਾਉਣੇ means if angle between them is 90 degree then those components are called rectangular components of vector। those components are called rectangular components and ਆਪਾਂ physics ਚ use ਵੀ ਇਹੀ ਕਰਾਂਗੇ rectangular components of vector। means ਜਿਵੇਂ ਆਪਾਂ ਕਹਿ ਰਹੇ ਹਾਂ ਕਿ ਕੋਈ ਆਪਣੇ ਕੋਲ ਇੱਕ a vector ਹੈ, ਆ ਕੋਈ ਇੱਕ a vector ਹੈ, ਆਪਾਂ ਇਸ ਤੇ ਕੰਪੋਨੈਂਟ ਬਣਾ ਰਹੇ ਹਾਂ ਹੁਣ in which angle between components is 90 degree। ਕੁਝ ਇਸ ਟਾਈਪ ਦੇ ਕੰਪੋਨੈਂਟ ਬਣ ਗਏ ਆਪਣੇ ਕੋਲ। ਇੱਕ ਕੰਪੋਨੈਂਟ ਇੱਧਰ ਆ ਗਿਆ, ਇੱਕ ਕੰਪੋਨੈਂਟ ਇੱਧਰ ਆ ਰਿਹਾ, ਦੋਨਾਂ ਚ ਐਂਗਲ ਕਿੰਨਾ ਆ ਰਿਹਾ 90 ਡਿਗਰੀ। ਇੱਕ ਨੂੰ ਆਪਾਂ ਕਿਹਾ ax, ਇੱਕ ਵੈਕਟਰ ਕਿਹਾ ਆਪਾਂ ay ਵੈਕਟਰ। ਜੇ ਆਪਾਂ ਐਂਗਲ ਥੀਟਾ ਲੈ ਰਹੇ ਹਾਂ ਤਾਂ ਇੱਥੇ ਆਪਾਂ ਟ੍ਰਾਇੰਗਲ ਤੋਂ ਇਹ ਚੀਜ਼ ਕਹਿ ਸਕਦੇ ਹਾਂ that ax upon a is cos theta, ax upon a is cos theta, or we can say that ax is equal to a cos theta। ਮੈਗਨੀਚਿਊਡ ਦੀ ਗੱਲ ਕਰੀਏ ਜੇ ਆਪਾਂ ਇਹ ਕਹਿ ਰਹੇ ਹਾਂ ਕਿ ਬੇਸ ਅਪੋਨ ਹਾਈਪੋਟੇਨਿਊਜ਼ ਇਜ਼ cos theta। ਤਾਂ ਇੱਥੋਂ ਆਪਣੇ ਕੋਲੇ ax ਦੀ ਜੋ ਵੈਲਿਊ ਆ ਰਹੀ ਹੈ, ax ਆ ਰਿਹਾ that is equal to a cos theta।
सिमिलरली जे ਆਪਾਂ y ਵਾਲੇ ਦੀ ਗੱਲ ਕਰੀਏ ਤਾਂ ਆਪਾਂ ਲਿਖ ਸਕਦੇ ਹਾਂ that ay upon a is sin theta, ay upon a is sin theta और ay is equal to a sin theta। रेक्टेंगुलर कंपोनेंट के केस च रेक्टेंगुलर कंपोनेंट के केस च ਆਪਾਂ ਕਹਿ ਸਕਦੇ ਹਾਂ that magnitude of rectangular component of a vector, magnitude of rectangular component of a vector is less than or equal to magnitude of vector। magnitude of rectangular component of a vector is less than or equal to magnitude of vector। ਆਪਾਂ ਦੇਖ ਰਹੇ हैं cos and sin ਨਾਲ ਮਲਟੀਪਲਾਈ ਹੋ ਰਹੇ हैं, cos थीटा ਦੀ मैक्सिमम वैल्यू 1 ਆਊਗੀ, sin थीटा ਦੀ मैक्सिमम वैल्यू 1 ਆਊਗੀ। थैंक यू भैया। रेक्टेंगुलर कंपोनेंट्स छोटे बन गए। ਆਪਾਂ ਦੇਖ ਰਹੇ हैं वेक्टर हाइपोटेन्यूज ਨਾਲ रिप्रेजेंट करू ਹੋਊਗਾ ਤੇ ਦੋ ਕੰਪੋਨੈਂਟਸ ਪਰਪੈਂਡੀਕੂਲਰ ਔਰ ਬੇਸ ਨਾਲ ਆ ਜਾਣਗੇ, ਤਾਂ ਜੋ ਵੀ ਕੰਪੋਨੈਂਟ ਹੋਣਗੇ ਉਹਨਾਂ ਦਾ ਮੈਗਨੀਟਿਊਡ ਲੈਸ ਦੈਨ ਮੈਗਨੀਟਿਊਡ ਆਫ ਵੈਕਟਰ ਆਊਗਾ। ax a cos थीटा आ रहा ਸੀ ਤੇ ay ਆਪਣੇ ਕੋਲੇ a sin थीटा आ रहा। ये जो प्रोसेस है अपने कोले, दिस प्रोसेस इज नोन एज रेजोल्यूशन ऑफ वेक्टर। इन्हें भी डिफाइन कर लो, रेजोल्यूशन ऑफ अ वेक्टर। रिजॉल्व कर दें आप, दैट इज प्रोसेस ऑफ स्प्लिटिंग अ वेक्टर, प्रोसेस ऑफ स्प्लिटिंग अ वेक्टर इनटू इट्स कंपोनेंट, से प्रेफरेबली आप करांगे रेक्टेंगुलर कंपोनेंट, that is known as resolution of vector। This process is known as resolution of vector। Next is representation of a vector in Cartesian plane। Cartesian मतलब xy plane। Representation of a vector in Cartesian plane or in xy plane। xy plane ਦੇ ਵਿੱਚ ਆਪਾਂ ਵੈਕਟਰ ਨੂੰ ਰਿਪਰੈਜ਼ੈਂਟ ਕਰਨਾ ਹੈ। XY प्लेन जिवें आपां नॉर्मली इधर लैने हुंदे x एक्सिस उपर अपने कोले हुंदा y एक्सिस, ये पॉजिटिव डायरेक्शन है, इधर नेगेटिव x आ जांदा, इधर नेगेटिव y आ जांदा है। आपां सपोज करदे हैं कि अपने कोले ओरिजिन है, ओरिजिन आपां नूं पता है दिस इज 0,0 पॉइंट हुंदा है। कोई आपां नूं एक p पॉइंट दिता होया है, कोई आपां नूं p पॉइंट दिता होया है, दैट इज सम x0 y0 पॉइंट। P naught is some x naught y naught point। ਆਪਾਂ ਇੱਕ ਵੈਕਟਰ ਕ੍ਰੀਏਟ ਕਰਦੇ ਹਾਂ ਜਿਹੜਾ ओरिजिन ਤੋਂ ਲੈ ਕੇ P naught point ਤੱਕ ਜਾਂਦਾ ਹੈ। सॉरी, P पॉइंट तक जा रहे हैं अपने कोले, ओरिजिन तो लेके P पॉइंट तक एक वेक्टर बना रहे हैं। P दे कोऑर्डिनेट्स है x0, y0। P दे कोऑर्डिनेट्स है अपने कोले x0, y0। ਆਪਾਂ ਹੁਣ ਜਦੋਂ ਇਹਦੇ ਕੰਪੋਨੈਂਟ ਬਣਾਵਾਂਗੇ, ਆਪਾਂ ਵੈਕਟਰ ਨੂੰ ਕਾਰਟੀਜ਼ੀਅਨ ਪਲੇਨ xy ਪਲੇਨ ਦੇ ਵਿੱਚ ਰਿਪਰੈਜ਼ੈਂਟ ਕਰਾਂਗੇ, ਤੇ ਇੱਕ ਕੰਪੋਨੈਂਟ ਆਪਾਂ ਬਣਾ ਰਹੇ ਹਾਂ ਅਲੋਂਗ x एक्सिस एंड अदर इज अलोंग y एक्सिस। एक कंपोनेंट बना रहे हैं अपने दा x एक्सिस के अलोंग, एक है अपने कोले y एक्सिस के अलोंग। ਆਪਾਂ जे कहिए तो अपना जिहड़ा वेक्टर है ये OP वेक्टर है। जिहड़ा अपना वेक्टर है दिस इज OP वेक्टर। OP वेक्टर ਨੂੰ ਆਪਾਂ दो कंपोनेंट्स मतलब दो वेक्टर ਦੇ सम ਦੀ फॉर्म ਦੇ ਵਿੱਚ ਲਿਖੇ। वेक्टर ਨੂੰ ਆਪਾਂ दो वेक्टर ਦੇ सम ਦੀ फॉर्म ਚ ਲਿਖਿਆ। OP वेक्टर इज one is OQ vector which is along x axis and other is QP vector which is along y axis। OP vector दो वेक्टर्स का सम हो गया अपने कोले। OP vector is equal to ट्रायंगल ਨਾਲ लगाइए कंपोनेंट्स की फॉर्म ਚ लिखिਆ ਇਹਨੂੰ OQ vector plus QP vector। OQ vector ਜੇ ਮੈਂ ਕੰਪਲੀਟ ਵੈਕਟਰ ਰਿਪਰੈਜ਼ੈਂਟ ਕਰਾਂ ਵਿਦ ਡਾਇਰੈਕਸ਼ਨ, ਤਾਂ मैं OQ वेक्टर ਨੂੰ ਲਿਖੂੰਗਾ that OQ वेक्टर is
ਇਹਦਾ ਮੈਗਨੀਟਿਊਡ ਹੈ x0, ਮੈਗਨੀਟਿਊਡ ਹੈ x0, ਲੈਂਥ ਇਹਦੀ ਕਿੰਨੀ ਹੈ ਕਿਉਂਕਿ ਪੁਆਇੰਟ ਕਿਹੜਾ x0, ਤਾਂ x ਐਕਸਿਸ ਦੇ ਅਲੋਂਗ ਇਹਦੀ ਲੈਂਥ ਕਿੰਨੀ ਹੈ x0, and its direction is along positive x-axis. Its direction is along positive x-axis. Similarly, ਜੇ ਮੈਂ QP ਵੈਕਟਰ ਲਿਖਾਂ ਉਹਨੂੰ ਕੀ ਲਿਖਾਂਗੇ ਆਪਾਂ? QP ਵੈਕਟਰ ਲਿਖਣਾ ਹੋਵੇ, QP ਵੈਕਟਰ ਨੂੰ ਕੀ ਲਿਖਾਂਗੇ? ਕਿੰਨੀ ਲੈਂਥ ਹੈ ਇਹ QP ਵੈਕਟਰ? Why not? I not. ਡਾਇਰੈਕਸ਼ਨ ਕਿੱਧਰ ਹੈ? Positive. Up. Positive y-axis. Positive y-axis. I positive. Good. It is along positive y-axis. ਤਾਂ ਆਪਣੇ ਕੋਲ ਨਾ ਦੋ ਕੰਪੋਨੈਂਟ ਬਣੇ ਇਹਦੇ, one is along positive x-axis and other is along positive y-axis. ਠੀਕ ਹੈ, OQ ਵੈਕਟਰ ਪਲੱਸ QP ਵੈਕਟਰ। ਬਟ ਹੁਣ ਆਪਾਂ ਨੂੰ ਪਤਾ ਹੈ ਕਿ ਜੇ ਆਪਾਂ ਹਰ ਵਾਰੀ ਇਸ ਤਰ੍ਹਾਂ ਹੀ ਲਿਖਣਾ ਹੋਵੇ ਲਾਈਕ along positive x-axis along positive y-axis, ਇਹ ਮਤਲਬ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਕੰਮ ਹੋ ਗਿਆ। ਆਪਾਂ ਸਿੰਬਲ ਬਣਾਉਣੇ ਇਹਦੇ ਲਈ ਕੋਈ, ਜੇ ਹੁਣ ਆਪਾਂ ਕਾਰਟੀਜ਼ੀਅਨ ਪਲੇਨ 'ਚ ਵੈਕਟਰ ਨੂੰ ਰਿਪਰੈਜ਼ੈਂਟ ਕਰਨਾ ਹੀ ਹੈ ਤਾਂ ਹਰ ਵਾਰੀ ਉਹਦਾ ਕੁਛ ਨਾ ਕੁਛ along x-axis and ਕੁਛ along y-axis ਕੰਪੋਨੈਂਟ ਬਣਿਆ ਹੀ ਕਰੂਗਾ। ਇਹ ਇਹਦੀ ਡਾਇਰੈਕਸ਼ਨ ਰਿਪਰੈਜ਼ੈਂਟ ਕਰ ਰਹੇ ਹੈ along positive x or along negative x or along positive y ਜਾਂ negative y ਜੋ ਵੀ ਆਊਗਾ, ਇਹਦੀ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰ ਰਹੇ ਹੈ। ਡਾਇਰੈਕਸ਼ਨ ਰਿਪਰੈਜ਼ੈਂਟ ਕਰਨ ਲਈ ਆਪਾਂ ਇੱਕ ਵੈਕਟਰ ਕੀਤਾ ਸੀ, Unit ਵੈਕਟਰ ਕੀਤੇ ਜਸਟ ਰਿਪਰੈਜ਼ੈਂਟ ਡਾਇਰੈਕਸ਼ਨ, Unit vector. ਯੂਨਿਟ ਵੈਕਟਰ। Unit vector. Unit vector. ਬਿਲਕੁਲ ਜੀ, ਯੂਨਿਟ ਵੈਕਟਰ। ਤਾਂ ਆਪਾਂ ਇੱਥੇ ਨਾ ਕੁਝ ਯੂਨਿਟ ਵੈਕਟਰ ਬਣਾ ਰਹੇ ਹਾਂ। ਹੁਣ ਇੱਕ ਯੂਨਿਟ ਵੈਕਟਰ ਆਪਾਂ ਕਹਿ ਰਹੇ ਹਾਂ ਆਈ ਕੈਪ। ਯੂਨਿਟ ਵੈਕਟਰ ਆਪਾਂ ਕੈਪ ਪਾ ਕੇ ਰਿਪਰੈਜ਼ੈਂਟ ਕਰਦੇ ਹੁੰਦੇ। ਆਈ ਕੈਪ ਕੀ ਹੈ? ਯੂਨਿਟ ਵੈਕਟਰ ਅਲੋਂਗ ਪੋਜ਼ਿਟਿਵ ਐਕਸ ਐਕਸਿਸ। ਆਈ ਕੈਪ ਇਜ਼ ਯੂਨਿਟ ਵੈਕਟਰ ਅਲੋਂਗ ਪੋਜ਼ਿਟਿਵ ਐਕਸ ਐਕਸਿਸ, ਮਤਲਬ ਇਧਰਲੀ ਡਾਇਰੈਕਸ਼ਨ x ਦੀ ਡਾਇਰੈਕਸ਼ਨ ਰਿਪਰੈਜ਼ੈਂਟ ਕਰਨੀ ਹੈ ਤਾਂ ਆਪਾਂ ਨਾਲ ਆਈ ਕੈਪ ਪਾ ਦਿਆ ਕਰਾਂਗੇ। ਐਂਡ ਸੈਕੰਡ ਆਪਾਂ ਕਰਦੇ ਹਾਂ ਦੈਟ j cap which is a unit vector along positive y axis. notation ਇਹੀ ਰਹੂਗੀ ਪੂਰਾ ਜਿੰਨੀ ਦੇਰ ਆਪਾਂ ਫਿਜ਼ਿਕਸ ਕਰੀ ਚੱਲਾਂਗੇ। i cap represents direction of positive x axis and j cap unit vector along positive y axis। universal ਇਹੀ ਸਿੰਬਲ ਯੂਜ਼ ਹੁੰਦੇ i cap x axis ਲਈ, j cap y axis ਲਈ। i cap is unit vector means i cap represents direction of x axis, j cap represents direction of y axis। ਹੁਣ ਜੇ ਆਪਾਂ ਯੂਨਿਟ ਵੈਕਟਰ ਮਤਲਬ ਜਿੱਥੇ ਵੀ ਆਪਾਂ ਡਾਇਰੈਕਸ਼ਨ ਲਿਖ ਰਹੇ ਹਾਂ along positive x axis, ਉਸੇ ਜਗ੍ਹਾ ਤੇ ਆਪਾਂ ਕੀ ਲਿਖ ਦਿਆ ਕਰਾਂਗੇ? i cap। ਜਿੱਥੇ ਵੀ ਆਪਾਂ ਲਿਖਣਾ ਹੈ along positive y axis, ਉਹਦੀ ਜਗ੍ਹਾ ਤੇ ਆਪਾਂ ਕੀ ਲਿਖ ਦਿਆ ਕਰਾਂਗੇ? j cap। ਤਾਂ ਹੁਣ ਜੋ ਆਪਾਂ ਆਪਣਾ OP ਵੈਕਟਰ ਲਿਖ ਰਹੇ ਸੀ, OP ਵੈਕਟਰ is OQ ਵੈਕਟਰ ਪਲੱਸ QP ਵੈਕਟਰ। OP ਵੈਕਟਰ ਆਪਣਾ ਆਇਆ ਸੀਗਾ OQ ਵੈਕਟਰ ਪਲੱਸ QP ਵੈਕਟਰ, ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ OQ ਵੈਕਟਰ ਕਿੰਨਾ ਹੋ ਗਿਆ ਆਪਣੇ ਕੋਲੇ? OQ ਵੈਕਟਰ is x0 along positive x मतलब I cap. I cap and QP ਵੈਕਟਰ ਕਿੰਨਾ ਬਣ ਗਿਆ? ਪਲੱਸ ਦੂਸਰਾ ਵੈਕਟਰ ਇਹ ਕੰਪੋਨੈਂਟ ਐਡ ਹੀ ਹੋ ਰਿਹਾ ਪਲੱਸ y0 J cap. ਬਿਲਕੁਲ। ਤਾਂ x0 i cap plus y0 j cap ਇਹ ਇੱਕ ਵੈਕਟਰ ਬਣ ਗਿਆ ਜਿਹੜਾ origin ਤੋਂ ਲੈ ਕੇ p ਪੁਆਇੰਟ x0 y0 ਜਿਹਨੂੰ ਆਪਾਂ o ਤੋਂ p ਤੱਕ ਜਾਂਦਾ ਵੈਕਟਰ OP ਵੈਕਟਰ ਕਹਿ ਰਹੇ ਸੀ, that is x0 i cap plus y0 j cap। ਇਹਦੀ ਰਿਪਰੈਜ਼ੈਂਟੇਸ਼ਨ ਹੈ Sir. ਇਨ ਕਾਰਟੀਜ਼ੀਅਨ ਪਲੇਨ। ਹੁਣ ਇਹਦੇ ਵਿੱਚ ਕੰਮ ਕਾਫੀ ਸੌਖਾ ਰਹੂਗਾ। ਇੱਕ ਮਿੰਟ, ਕਾਰਟੀਜ਼ੀਅਨ ਪਲੇਨ 'ਚ ਇੱਕ ਵਾਰੀ ਆਪਾਂ i cap j cap ਫਾਰਮ 'ਚ ਬਣਾ ਲਿਆ ਤਾਂ ਇਹਦਾ ਮੈਗਨੀਟਿਊਡ ਕੱਢਣਾ, ਡਾਇਰੈਕਸ਼ਨ ਕੱਢਣੀ ਆਪਣੇ ਲਈ ਕਾਫੀ ਈਜ਼ੀ ਹੈ। OP ਵੈਕਟਰ ਦੀ ਲੈਂਥ ਜਿਹੜਾ 0.2 x0 y0 ਜਾ ਰਿਹਾ, ਆਪਾਂ ਲਿਖ ਸਕਦੇ ਹਾਂ ਉਹਦੀ ਲੈਂਥ x0 ਸਕੁਅਰ ਪਲੱਸ y0 ਸਕੁਅਰ ਦਾ ਅੰਡਰ ਰੂਟ ਆ ਚੁੱਕੀ। ਦੀ ਲੈਂਥ ਕਿੰਨੀ ਆਊਗੀ? x0 ਸਕੁਅਰ ਪਲੱਸ y0 ਸਕੁਅਰ ਦਾ ਅੰਡਰ ਰੂਟ।
ਇਹੀ ਹੁੰਦਾ ਹੈ। ਤਾਂ ਆਪਣੇ ਲਈ ਕੀ ਸਮਝ ਆਇਆ ਆਪਾਂ ਨੂੰ ਕਿ ਜੇ ਵੈਕਟਰ ਲਗਾਈ ਤਾਂ ਆਪਾਂ ਪਾਈਥਾਗੋਰਸ ਹੀ ਹੈ ਇੱਥੇ, ਆ x0 ਹੈ y0 ਹੈ, ਦੋਨਾਂ ਦਾ ਸਕੁਅਰ ਸਮ ਅੰਡਰ ਰੂਟ ਆ ਗਿਆ। ਆਪਾਂ ਨੂੰ ਹੋਰ ਕੀ ਸਮਝ ਆਈ ਕਿ ਜੇ ਵੈਕਟਰ ਆਪਾਂ ਨੂੰ ਇਸ ਫਾਰਮ ਦੇ ਵਿੱਚ ਕਰਕੇ ਦੇਤਾ, ਇੱਕ ਵਾਰੀ ਆਪਾਂ ਕੱਢ ਲਿਆ ਸਮ x0 i ਕੈਪ ਪਲਸ y0 j ਕੈਪ, ਤਾਂ i ਦੇ ਕੋਐਫੀਸ਼ੀਐਂਟ ਦਾ ਸਕੁਅਰ ਕਰ ਲਓ ਤੇ j ਦੇ ਕੋਐਫੀਸ਼ੀਐਂਟ ਦਾ ਸਕੁਅਰ ਕਰ ਲਓ, ਦੋਨਾਂ ਨੂੰ ਐਡ ਕਰ ਲਓ, ਵੈਕਟਰ ਦਾ ਮੈਗਨੀਟਿਊਡ ਆ ਜਾਊਗਾ। ਤੇ ਜੇ ਆਪਾਂ ਐਂਗਲ ਦੀ ਗੱਲ ਕਰੀਏ, ਜੇ ਆਪਾਂ ਕਹਿ ਰਹੇ ਹਾਂ ਕਿ ਆ OP ਵੈਕਟਰ ਥੀਟਾ ਐਂਗਲ ਬਣਾ ਰਿਹਾ ਹੈ ਵਿਦ ਪੋਜ਼ਿਟਿਵ x ਐਕਸਿਸ, OP ਵੈਕਟਰ ਥੀਟਾ ਐਂਗਲ ਬਣਾ ਕੇ ਜਾ ਰਿਹਾ ਵਿਦ ਪੋਜ਼ਿਟਿਵ x ਐਕਸਿਸ, ਤਾਂ tan ਥੀਟਾ ਦੀ ਵੈਲਿਊ ਪਰਪੈਂਡੀਕੂਲਰ ਓਵਰ ਬੇਸ ਹੀ ਆਊਗੀ। tan ਥੀਟਾ ਕਿੰਨਾ ਲਿਖਾਂਗੇ ਆਪਾਂ? tan ਥੀਟਾ ਦੀ ਵੈਲਿਊ ਕੀ ਆ ਗਈ? ਪਰਪੈਂਡੀਕੂਲਰ ਓਵਰ ਬੇਸ, that is Base. y0 over X. x0। tan theta ਦੀ ਵੈਲਿਊ ਆਈ ਆਪਣੇ ਕੋਲ, this is y0 over x0। ਮਤਲਬ y component means j component upon i component। j ਤੇ i ਨਾਲ ਨਹੀਂ ਲਗਾ ਰਹੇ, ਜਸਟ ਉਹਦੇ component, sorry coefficient। j ਦਾ coefficient y0 upon i ਦਾ coefficient x0। ਇਸ ਤਰੀਕੇ ਨਾਲ ਆਪਣੇ ਕੋਲੇ ਕੋਈ ਵੀ ਵੈਕਟਰ ਨੂੰ ਆਪਾਂ ਕਾਰਟੀਜ਼ੀਅਨ ਪਲੇਨ 'ਚ ਰਿਪਰੈਜ਼ੈਂਟ ਕਰ ਸਕਦੇ ਹਾਂ। ਇਹਦਾ ਯੂਜ਼ ਦੇਖਦੇ ਹਾਂ ਆਪਾਂ ਨੂੰ ਕਾਰਟੀਜ਼ੀਅਨ ਪਲੇਨ 'ਚ ਰਿਪਰੈਜ਼ੈਂਟ ਕਰਕੇ i ਕੈਪ j ਕੈਪ ਦੀ ਫਾਰਮ 'ਚ ਰਿਪਰੈਜ਼ੈਂਟ ਕਰਕੇ ਫਾਇਦਾ ਕੀ ਹੁੰਦਾ ਹੈ। ਓਕੇ ਜੀ, ਆਪਾਂ ਸਪੋਜ਼ ਕਰਦੇ ਹਾਂ ਕਿ ਆਪਣੇ ਕੋਲੇ ਕੋਈ ਪੁਆਇੰਟ ਹੈ, A ਪੁਆਇੰਟ, ਜਾਂ ਆਪਾਂ ਸਪੋਜ਼ ਕਰੋ A ਵੈਕਟਰ ਕਹਿ ਰਹੇ ਹਾਂ ਆਪਾਂ, this is 4i cap plus 3j cap। ਕੀ ਹੋਊਗਾ ਕਿ ਇੱਥੇ ਇੱਕ ਪੁਆਇੰਟ ਹੋਊਗਾ, ਪੁਆਇੰਟ ਦੇ ਕੋਆਰਡੀਨੇਟ ਹੋਣਗੇ 4,3, ਤੇ ਆਪਣੇ ਕੋਲ origin ਤੋਂ ਲੈ ਕੇ ਇੱਥੋਂ ਤੱਕ ਜਾਂਦਾ ਇੱਕ ਵੈਕਟਰ ਹੋਊਗਾ, ਜਿਹਨੂੰ ਆਪਾਂ ਕਹਿ ਰਹੇ ਹਾਂ A ਵੈਕਟਰ। A ਵੈਕਟਰ ਕਿੰਨਾ ਹੋਊਗਾ ਆਪਣਾ? 4i cap plus 3j cap। ਐਗਜ਼ਾਮਪਲ ਬਹੁਤ ਧਿਆਨ ਨਾਲ ਸਮਝਣ ਵਾਲੀ ਹੈ, ਮੈਨੂੰ ਜਸਟ ਦੱਸੀ ਚਲੋ ਜੋ ਜੋ ਤੁਹਾਨੂੰ ਪਤਾ ਲੱਗ ਰਿਹਾ। A ਵੈਕਟਰ ਦਾ ਮੈਗਨੀਟਿਊਡ ਕਿੰਨਾ ਹੈ? 4. 5 4 ਦਾ ਸਕੁਅਰ plus 3 ਸਕੁਅਰ ਦਾ ਅੰਡਰ ਰੂਟ, that is 5। 25 ਦਾ ਰੂਟ ਆਊਗਾ, that is 5। ਓਕੇ, ਜੇ ਮੈਂ ਕਹਿੰਦਾ ਕਿ A ਵੈਕਟਰ x ਐਕਸਿਸ ਨਾਲ ਐਂਗਲ ਥੀਟਾ A ਬਣਾ ਰਿਹਾ ਹੈ, ਤਾਂ ਥੀਟਾ A ਦੀ ਵੈਲਿਊ ਕਿੰਨੀ ਹੈ? 3/4। tan ਥੀਟਾ A ਆ ਰਿਹਾ ਆਪਣੇ ਕੋਲੇ 3/4, ਬਿਲਕੁਲ, ਤੇ ਆਪਾਂ ਥੀਟਾ A ਕਹਿ ਦਾਂਗੇ ਫਿਰ ਆ ਰਿਹਾ 37 ਠੀਕ ਹੈ ਜੀ, 37। ਬਿਲਕੁਲ ਠੀਕ ਹੈ ਬੇਟਾ। ਇੱਕ ਹੋਰ B ਵੈਕਟਰ ਬਣਾਇਓ ਤੁਸੀਂ, ਉਹ ਹੈਗਾ 3i cap plus 4j cap। ਪੁਆਇੰਟ ਜੇ ਆਪਾਂ ਲਗਾਈਏ ਤਾਂ ਕੁਝ ਇੱਥੇ ਜੇ ਆਊਗਾ, ਇਹ ਹੈਗਾ 3,4। ਇਹ ਆਪਣਾ ਬਣ ਗਿਆ B ਵੈਕਟਰ। ਮੈਗਨੀਟਿਊਡ B ਦਾ ਵੀ ਦੇਖੀਏ ਤਾਂ ਆ ਗਿਆ 5। ਤੇ ਥੀਟਾ ਆਫ B ਦੇਖਾਂਗੇ, tan ਥੀਟਾ ਦੀ ਵੈਲਿਊ 53 डिग्री। 53 ਹਾਂਜੀ 4/3 ਬਣੂਗਾ, 53 ਥੀਟਾ ਵੀ ਆ ਗਿਆ 53 ਡਿਗਰੀ। ਠੀਕ ਹੈ, ਆ ਸਾਰਾ ਐਂਗਲ ਆਪਾਂ ਥੀਟਾ B ਕਹਿ ਰਹੇ ਹਾਂ। ਸਪੋਜ਼ ਕਰੋ ਆਪਾਂ ਦੋਨੋਂ ਵੈਕਟਰਸ ਦਾ ਇੱਕ ਰਿਜ਼ਲਟੈਂਟ ਸੋਲਵ ਕਰਨਾ ਹੈ। ਆਪਾਂ R ਵੈਕਟਰ ਸੋਲਵ ਕਰਨਾ ਹੈ, which is A ਵੈਕਟਰ plus B ਵੈਕਟਰ, ਦੋਨੋਂ ਨੂੰ ਐਡ ਕਰਨਾ ਹੈ। ਦੋਨਾਂ 'ਚ ਐਂਗਲ ਕਿੰਨਾ ਆ ਗਿਆ? ਜੇ ਆਪਾਂ ਇਹਨਾਂ 'ਚ ਐਂਗਲ ਦੀ ਗੱਲ ਕਰੀਏ, ਥੀਟਾ ਦੀ ਗੱਲ ਕਰੀਏ, ਤਾਂ ਉਹ ਦੋਨਾਂ ਦੀ ਸਬਟ੍ਰੈਕਸ਼ਨ ਆ ਜਾਊਗਾ, ਮਤਲਬ 53 ਡਿਗਰੀ ਮਾਈਨਸ 37 ਡਿਗਰੀ, 16 डिग्री।
16 डिग्री आ गया, ठीक है 16 degree. 16 डिग्री है बिल्कुल। मुझे पर रिजल्टेंट करना है 5 स्क्वायर प्लस 5 स्क्वायर प्लस 2 इंटू 5 इंटू 5 इंटू कॉस 16 डिग्री, नहीं पता लगना। हाँ जो तुम मैथ ਦੇ ਵਿੱਚ ਹੋਰ ਕਰ ਲਿਆ cos a minus b ਦਾ ਰਿਜ਼ਲਟ ਕਰ ਲਿਆ, ਕਰ ਲੋਗੇ ਠੀਕ ਹੈ, ਮੈਥ ਸਾਰੇ ਕਰ ਲੋਗੇ, ਪਰ ਹਜੇ ਤਾਂ ਨਹੀਂ ਹੋਣਾ ਹੈ। ਤਾਂ ਆਪਾਂ ਇੱਥੇ ਕੀ ਕਰਦੇ ਆ, ਆਪਾਂ ਇਹਨੂੰ ਕੰਪੋਨੈਂਟਸ ਦੀ ਹੈਲਪ ਲੈਣੇ ਆ, ਆਪਾਂ ਕੰਪੋਨੈਂਟਸ ਦੀ ਹੈਲਪ ਲੈਣੇ ਆ। ਆਪਾਂ ਜਿਹੜਾ a ਵੈਕਟਰ ਲਿਖ ਰਹੇ ਸੀ, a ਵੈਕਟਰ ਜਿਹੜਾ ਆਪਾਂ ਲਿਖ ਰਹੇ ਸੀ ਕਿ ਇਹ 4i ਕੈਪ ਪਲਸ 3j ਕੈਪ ਹੈ, ਇਹਦਾ ਮੀਨਿੰਗ ਸਮਝੋ ਕਿ ਆਪਾਂ ਇਹਦੇ ਕੀ ਕਹਿ ਰਹੇ ਸੀ, a ਦੇ ਦੋ ਕੰਪੋਨੈਂਟਸ ਨੇ, a ਵੈਕਟਰ ਦੇ ਆਪਣੇ ਕੋਲੇ ਦੋ ਕੰਪੋਨੈਂਟਸ ਬਣੇ ਹੋਏ ਨੇ, ਇੱਕ ਇਹਦਾ ਕੰਪੋਨੈਂਟ ਇੱਧਰ ਨੂੰ ਹੈ, ਇੱਕ ਇਹਦਾ ਕੰਪੋਨੈਂਟ ਇੱਧਰ ਨੂੰ ਹੈ। ਇਹਦਾ ਮੈਗਨੀਚਿਊਡ ਹੈ 4 ਤੇ ਇਹਦਾ ਮੈਗਨੀਚਿਊਡ ਹੈ 3, ਕੋਈ ਡਾਊਟ ਨਹੀਂ ਇਹਦੇ ਚ। ਸਿਮਿਲਰਲੀ b ਦੇ ਵੀ ਦੋ ਕੰਪੋਨੈਂਟ ਬਣੇ ਹੋਏ ਆਪਣੇ ਕੋਲੇ, b ਦਾ ਵੀ ਇੱਕ ਕੰਪੋਨੈਂਟ ਆਪਾਂ ਨੂੰ, b ਦੇ ਵੀ ਕੰਪੋਨੈਂਟ ਦੇਖੀਏ, ਇੱਕ ਇੱਧਰ ਨੂੰ ਆ ਰਿਹਾ, ਇੱਕ ਇੱਧਰ ਨੂੰ ਆ ਰਿਹਾ, ਠੀਕ। ਇਹਦਾ ਮੈਗਨੀਚਿਊਡ 4 ਹੈ ਤੇ ਇਹਦਾ 3 ਹੈ। ਹਾਂ ਆਪਾਂ ਟ੍ਰਾਂਸਲੇਟ ਵੀ ਕਰ ਸਕਦੇ ਹਾਂ, ਜਿਵੇਂ ਆਪਾਂ ਪੈਰਲੋਗ੍ਰਾਮ ਲਾਅ ਲਗਾਉਣਾ ਹੁੰਦਾ ਹੈ, ਵੀ ਕੰਪੋਨੈਂਟਸ ਇੱਧਰ ਕਰ ਲੈਂਦੇ ਆ, ਹਾਂ ਐਂ ਕੰਪੋਨੈਂਟਸ ਬਣੇ। ਹੁਣ ਜਦੋਂ ਆਪਾਂ ਰਿਜ਼ਲਟੈਂਟ a ਵੈਕਟਰ ਪਲਸ b ਵੈਕਟਰ ਕਰ ਰਹੇ ਹਾਂ, a ਵੈਕਟਰ ਪਲਸ b ਵੈਕਟਰ ਕਰ ਰਹੇ ਹਾਂ, ਤਾਂ ਆਪਾਂ ਕਹਿ ਰਹੇ ਹਾਂ ਕਿ ਇਹ ਦੋ ਵੈਕਟਰਸ ਦੀ ਐਡੀਸ਼ਨ ਨਹੀਂ ਹੈ, ਇਹ ਆਪਣੇ ਕੋਲੇ ਦੋ ਵੈਕਟਰ ਦੀ ਐਡੀਸ਼ਨ ਨਹੀਂ ਹੈ। ਆਪਣੇ ਕੋਲੇ a ਵੈਕਟਰ ਹੈ ਜਿਹੜਾ ਉਹ 4i ਕੈਪ ਪਲਸ 3j ਕੈਪ ਹੈ, ਤੇ b ਵੈਕਟਰ 3i ਕੈਪ ਪਲਸ 4j ਕੈਪ ਹੈ। ਐਕਚੁਅਲੀ ਚਾਰ ਵੈਕਟਰ ਦੀ ਐਡੀਸ਼ਨ ਹੈ। ਇੱਕ ਤਾਂ ਆਪਣੇ ਕੋਲ ਆ ਵੈਕਟਰ ਹੈ 4i ਕੈਪ ਵੈਕਟਰ, ਇੱਧਰ ਆਪਾਂ ਲਗਾਇਆ 4 ਲਾਇਆ ਸੀ, ਇਹ ਐਕਚੁਅਲੀ 4i ਕੈਪ ਵੈਕਟਰ ਹੋ ਗਿਆ, ਪੂਰਾ ਵੈਕਟਰ। ਇਹਦੇ ਕੋਲ ਮੈਗਨੀਚਿਊਡ 4 ਹੈ, ਡਾਇਰੈਕਸ਼ਨ ਇਹਦੀ ਐਕਸ ਐਕਸਿਸ ਵਾਲੀ ਹੈ। ਇੱਕ ਆਪਣਾ 3j ਕੈਪ ਹੋ ਗਿਆ ਸੀ, ਉਹ ਵੀ b ਦੇ ਜਿਹੜੇ ਕੰਪੋਨੈਂਟ ਆਏ ਸੀ ਉਹ ਵੀ ਦੋ ਇੰਡੀਪੈਂਡੈਂਟ ਵੈਕਟਰਸ ਹੀ ਨੇ, b ਦੇ ਕੰਪੋਨੈਂਟਸ ਵੀ ਇੰਡੀਪੈਂਡੈਂਟ ਵੈਕਟਰ, ਇੱਕ 3i ਕੈਪ ਤੇ ਇੱਕ 4j ਕੈਪ। ਇਹ ਐਕਚੁਅਲੀ ਚਾਰ ਵੈਕਟਰਸ ਦੀ ਐਡੀਸ਼ਨ ਹੈ। ਹੁਣ ਜੇ ਚਾਰਾਂ ਨੂੰ ਐਡ ਕਰਨਾ ਹੈ, ਜੇ ਆਪਾਂ ਪਹਿਲਾਂ i ਵਾਲੇ ਵੱਲ ਦੇਖਦੇ ਹਾਂ ਕਿ ਆਪਾਂ ਦੋ ਵੈਕਟਰਸ ਨੂੰ ਪਹਿਲਾਂ ਐਡ ਕਰ ਲਈ, ਇੱਕ 3 ਮੈਗਨੀਚਿਊਡ ਦਾ, ਇੱਕ 4 ਮੈਗਨੀਚਿਊਡ ਦਾ, ਦੋਨਾਂ ਦੀ ਡਾਇਰੈਕਸ਼ਨ ਸੇਮ ਹੈ, ਦੋਨੇ ਐਕਸ ਐਕਸਿਸ ਵੱਲ ਹੈ। Yes sir. ਤੇ ਇਹਨਾਂ ਦੋ ਵੈਕਟਰਸ ਨੂੰ ਆਪਾਂ ਐਡ ਕਰ ਲਈ, ਇੱਕ 3i ਕੈਪ ਇੱਕ 4i ਕੈਪ ਹੈ, ਦੋਨੋਂ ਨੂੰ ਐਡ ਕਰ ਲਈਏ ਤਾਂ ਟੋਟਲ ਕਿੰਨਾ ਬਣੂਗਾ, ਰਿਜ਼ਲਟੈਂਟ ਕਿੰਨਾ ਬਣੂਗਾ 7। ਮੈਗਨੀਚਿਊਡ ਆਊਗਾ 7, डायरेक्शन किधर आऊगी, एक्स एक्सिस वाल, along it. बिल्कुल along एक्स एक्सिस ही आऊगी। तो अपने कहने का मतलब इतने वही हो गया कि जो ਆਪਾਂ ਇਹਨੂੰ ਤੇ ਇਹਨੂੰ ਐਡ ਕਰ ਰਹੇ ਹਾਂ ਤਾਂ ਦੋਨਾਂ ਨੂੰ ਐਡ ਕਰਕੇ ਆਪਣੇ ਕੋਲੇ ਵੈਲਿਊ 7i ਕੈਪ ਆਊਗੀ। ਤੇ ਸਿਮਿਲਰਲੀ ਦੂਸਰਾ ਹੀ ਪਤਾ ਲੱਗ ਗਿਆ ਆਪਾਂ ਨੂੰ ਕਿੰਨਾ ਆ ਗਿਆ 7j ਕੈਪ। ਤਾਂ ਟੋਟਲ ਇਫੈਕਟ ਇਹਦਾ ਇਸ ਤਰ੍ਹਾਂ ਬਣ ਗਿਆ, ਆਪਾਂ ਦੋਨੋਂ a ਤੇ b ਨੂੰ ਐਡ ਕੀਤਾ ਤਾਂ ਇਹਨਾਂ ਦਾ ਰਿਜ਼ਲਟੈਂਟ ਆਪਣੇ ਕੋਲੇ 7i ਕੈਪ ਪਲਸ 7j ਕੈਪ ਆ ਗਿਆ। ਉਹਨਾਂ ਦੇ ਰਿਜ਼ਲਟੈਂਟ ਦਾ ਮੈਗਨੀਟਿਊਡ 7i ਕੈਪ ਪਲਸ 7j ਕੈਪ ਆ ਗਿਆ। ਹੁਣ ਕੁਛ ਮਰਜ਼ੀ ਸੋਲਵ ਕਰੀ ਚਲੋ ਲੋ। ਹੁਣ ਬੋਲਿਓ ਇੱਕ ਮਿੰਟ, ਰਿਜ਼ਲਟੈਂਟ ਦਾ ਮੈਗਨੀਟਿਊਡ ਕਿੰਨਾ ਹੈ?
ਕੀ ਕਵਾਂਗੇ Sir, ਆਪਾਂ 7 10 root 2. square 7 10 square is under root that is 7 root 2 ਹੋ ਗਿਆ। 7 root 2. ਰਿਜ਼ਲਟੈਂਟ ਦਾ ਐਂਗਲ ਕਿੰਨਾ ਆ ਰਿਹਾ ਹੋਊਗਾ ਥੀਟਾ ਆਫ r ਵਿਦ x ਐਕਸਿਸ ਆਪਾਂ ਕਵਾਂਗੇ tan ਥੀਟਾ r is j ਦਾ ਕੋਐਫੀਸ਼ੀਐਂਟ ਅਪੋਨ x ਦਾ ਕੋਐਫੀਸ਼ੀਐਂਟ 7 upon 7 1 ਮਤਲਬ ਥੀਟਾ r is 1 ਮਤਲਬ 45 ਡਿਗਰੀ। ਜੇ ਆਪਾਂ ਪੈਰਲੋਗ੍ਰਾਮ ਬਣਾਈਏ ਵੀ ਇੱਥੇ ਪੈਰਲੋਗ੍ਰਾਮ ਨੂੰ ਕੰਪਲੀਟ ਕਰਕੇ ਵੀ ਦੇਖੀਏ ਕਿ ਹੋ ਕੀ ਰਿਹਾ ਹੋਊਗਾ ਕੁਝ ਐਂ ਜੋ ਕਿ ਪੈਰਲੋਗ੍ਰਾਮ ਆ ਰਹੀ ਹੋਊਗੀ ਤੇ ਇੱਧਰ ਆਪਣਾ ਕੋਈ ਰਿਜ਼ਲਟੈਂਟ ਵੈਕਟਰ ਬਣ ਰਿਹਾ ਹੋਊਗਾ ਇਸ ਤਰੀਕੇ ਨਾਲ। ਜੇ ਰਹੰਬਸ ਹੈ ਤਾਂ ਐਂਗਲ ਬਾਈਸੈਕਟ ਹੋ ਕੇ ਜਾਊਗਾ। ਦੋਨਾਂ 'ਚ ਐਂਗਲ 16 ਆ ਰਿਹਾ ਸੀ A ਤੇ B 'ਚ 16 ਦਾ ਹਾਫ 8 ਹੁਣ ਦੇਖਿਆ 37 'ਚ 8 ਐਡ ਕਰ ਲਓ ਤਾਂ 45 ਆਉਂਦਾ ਹੈ। ਅਰੇ ਇਹਦਾ ਐਂਗਲ 37 Yes, ਸੀ sir. ਅੱਗੇ 8 ਐਂਗਲ 8 ਡਿਗਰੀ ਹੋਰ ਆ ਗਿਆ 45 ਆ ਗਿਆ ਤੇ ਇੱਥੇ ਆਪਣਾ ਸ਼ੋ ਵੀ ਹੋ ਗਿਆ। ਇੱਥੋਂ ਆਪਾਂ ਨੂੰ ਗੱਲ ਕੀ ਸਮਝ ਆਈ ਕਿ ਇਹ ਤਾਂ ਕੰਮ ਹੀ ਬਹੁਤ ਸੌਖਾ ਹੋ ਗਿਆ। ਆਪਾਂ ਵੈਕਟਰਸ ਨੂੰ ਐਡ ਕਰਨਾ ਹੈ ਇਹ ਤਾਂ ਜਮਾ ਐ ਲੱਗੀ ਜਾਂਦਾ ਜਿਵੇਂ ਸਕੇਲਰ ਕੁਆਂਟੀਟੀ ਐਡ ਕਰ ਰਹੇ 4i 'ਚ i ਐਡ ਕਰੀ ਚਲੋ j 'ਚ j ਐਡ ਕਰੀ ਚਲੋ। 3 ਵੈਕਟਰ ਦੇ ਦਿੰਦੇ ਫਿਰ ਕਿਹੜਾ ਹੋਣੇ ਨਹੀਂ ਸੀ। ਆਪਾਂ ਸਿੰਪਲੀ ਕੀਤਾ ਕੀ ਹੈ ਜੇ ਤੁਸੀਂ A ਤੇ B 'ਚ ਧਿਆਨ ਨਾਲ ਦੇਖੋ ਆਪਾਂ ਕੀਤਾ 4i ਕੈਪ plus 3i ਕੈਪ ਕਿੰਨਾ ਹੋ ਗਿਆ 7i ਕੈਪ 3j ਕੈਪ plus 4j ਕੈਪ ਕਿੰਨਾ ਹੋ ਗਿਆ 7j ਕੈਪ। ਜੇ ਇੱਥੇ A B C D 4 ਵੈਕਟਰ ਦੇ ਦਿੰਦੇ ਉਹ ਵੀ ਐਡ ਕਰ ਦਿੰਦੇ ਆ। ਇੱਕ ਵਾਰੀ ਆਪਾਂ ਵੈਕਟਰ ਨੂੰ i ਕੈਪ j ਕੈਪ ਫਾਰਮ 'ਚ ਕਨਵਰਟ ਕਰ ਲਿਆ ਇੱਕ ਵਾਰ ਆਪਾਂ ਉਹਦੇ ਕਾਰਟੇਸੀਅਨ ਕੰਪੋਨੈਂਟ ਬਣਾ ਲਏ ਫਿਰ ਉਹਦਾ ਮੈਗਨੀਚਿਊਡ ਕੈਲਕੂਲੇਟ ਕਰਨਾ ਡਾਇਰੈਕਸ਼ਨ ਕੈਲਕੂਲੇਟ ਕਰਨੀ ਐਡ ਕਰਨਾ ਹੈ ਸਬਟ੍ਰੈਕਟ ਕਰਨਾ ਹੈ ਕੁਝ ਵੀ ਕਰਨਾ ਹੈ ਉਹ ਆਰਾਮ ਨਾਲ ਹੀ ਹੋਈ ਜਾਊ। ਹੋ ਸਕਦਾ ਪਹਿਲਾਂ ਵਾਲਾ ਵੈਕਟਰ ਥੋੜਾ ਔਖਾ ਲੱਗੇ ਤੇ ਇਸ ਤੋਂ ਬਾਅਦ ਤਾਂ ਵੈਕਟਰ ਹੀ ਸੌਖਾ ਲੱਗਣ ਲੱਗ ਜਾਏ। ਇੱਕ ਵਾਰ i ਕੈਪ j ਕੈਪ ਕਨਵਰਟ ਕਰੋ ਸਾਰਾ ਕੰਮ ਹੋ ਜਾਂਦਾ। ਇੱਥੋਂ ਤੱਕ ਦੱਸੋ ਜਿਹਨੂੰ ਕਲੀਅਰ ਹੋ ਗਿਆ।